अपना विषय है पुनर्जन्म। पुनर्जन्म की है, की पुनर्जन्म हुंदा है। तो याद रखो जी, जिन्ने भी अपने सवाल हुंदे ने वो अपने माहौल आले दुआले तो पैदा हुंदे हैं, क्योंकि साडे कोल जिहड़े नॉलेज दे, ज्ञान दे, टैक्नोलॉजी दे साधन ने वो हुण कुछ सालां 'ਚ पहुंचण लगे हैं। काढां हो रहीआं ने ते खोजां करके जो आ रहा है वो साडे कोल पहुंचण लग्या है, जिहदे नाल मनुੱਖ दा माइंड बिजी हो गया। ਤੇ ਜਿਹੜੇ ਫਾਲਤੂ ਦੇ ਸਵਾਲ ਜਾਂ ਫਿਰ, ਕਿਉਂਕਿ ਯਾਦ ਰੱਖੋ ਜੇ ਸਮੇਂ ਮੁਤਾਬਕ ਸਵਾਲ ਬਦਲਦੇ ਹਨ। ਪਹਿਲਾਂ ਦੇ ਸਵਾਲ ਕੁਝ ਹੋਰ ਸੀ, ਅੱਜ ਦੇ ਸਵਾਲ ਕੁਝ ਹੋਰ ਹਨ। ਪੁਨਰ ਜਨਮ ਸਵਾਲ ਵੀ ਸਾਡਾ ਉਸ ਸਮੇਂ ਦੇ ਵਿੱਚੋਂ ਪੈਦਾ ਹੋਇਆ ਸਵਾਲ ਹੈ, ਕਿਉਂਕਿ ਸਾਨੂੰ ਮਾਹੌਲ ਇਹੋ ਜਿਹਾ ਮਿਲਿਆ। ਸਾਡੇ ਕੋਲ ਆਪਸ਼ਨ ਨਹੀਂ ਹੁੰਦੇ ਸਨ, ਡਿਸਕਵਰੀ ਨਹੀਂ ਦੇਖ ਸਕਦੇ ਸੀ, ਚੈਨਲ ਹੀ ਨਹੀਂ ਸੀ, ਪਹੁੰਚ ਹੀ ਨਹੀਂ ਸੀ ਸਾਡੀ, ਕੋਈ ਨੈਸ਼ਨਲ ਜੀਓਗ੍ਰਾਫਿਕ ਚੈਨਲ ਨਹੀਂ ਦੇਖ ਸਕਦੇ ਸੀ ਅਸੀਂ ਕੀ ਵੇਖਦੇ ਸੀ DD1 ਨੈਸ਼ਨਲ ਚੈਨਲ, ਤੇ ਉੱਥੇ ਸਾਨੂੰ ਕੀ ਮਿਲਦਾ ਸੀ, ਜੋ ਮਿਲਦਾ ਸੀ ਉਹੀ ਜਿਹਾ ਸਾਡਾ ਮਾਹੌਲ ਘੜਿਆ ਗਿਆ, ਉਹੀ ਜਿਹਾ ਸਾਡੇ ਸਵਾਲ ਪੈਦਾ ਹੋ ਗਏ। ਸ਼ਾਕਾ ਲਾਕਾ ਬੂਮ ਬੂਮ, ਪੈਨਸਲ ਦੇ ਨਾਲ ਕਾਰ ਬਣਾਈ, ਉਹ ਕਾਰ ਕਾਗਜ਼ ਤੋਂ ਬਾਹਰ ਆ ਗਈ। ਕਰਾਮਾਤ, ਸ਼ਕਤੀਮਾਨ, ਜਾਂ ਫਿਰ ਘਰ ਦੇ ਕੁਝ ਸੀਰੀਅਲ ਹੁੰਦੇ ਸਨ। ਸੀਰੀਅਲ ਦੇ ਵਿੱਚ ਕਿਸੇ ਦਾ ਪਤੀ ਦਾ ਐਕਸੀਡੈਂਟ ਦੇ ਵਿੱਚ, ਹਾਦਸੇ ਦੇ ਵਿੱਚ ਡੈਥ ਹੋ ਗਈ ਤੇ ਉਹ ਪੁਨਰ ਜਨਮ ਲੈ ਕੇ ਆ ਜਾਂਦਾ ਸੀ। ਆਮ ਕਰਕੇ ਜੋ ਵੀ ਸਟਾਰ ਪਲੱਸ ਇਤਿਆਦਿਕ ਆਮ ਜੋ ਚੈਨਲ ਹਨ ਉਹਨਾਂ ਦੇ ਉੱਤੇ ਆਪਾਂ ਵੇਖਦੇ ਹਾਂ, ਤੇ ਫਿਲਮਾਂ ਵੀ ਆਪਾਂ ਦੇਖ ਸਕਦੇ ਹਾਂ, ਕਈ ਪੁਨਰ ਜਨਮ ਹੋ ਰਿਹਾ ਹੈ, ਕਿਉਂਕਿ ਇੰਟਰਸਟ ਬਣਾਉਣ ਲਈ। ਮੌਤ ਕਿਹਨੂੰ ਪਸੰਦ ਹੈ? ਕਿਸੇ ਨੂੰ ਪਸੰਦ ਨਹੀਂ। ਸਾਨੂੰ ਵੀ ਆਪਣਾ ਸੁਪਨਾ ਆ ਜਾਵੇ, ਅਸੀਂ ਆਪਣੇ ਸੁਪਨੇ ਵਿੱਚ ਕਦੇ ਵੀ ਨਹੀਂ ਮਰਾਂਗੇ। ਮਾਰ ਕਈਆਂ ਨੂੰ ਦੇਵਾਂਗੇ ਆਪਾਂ, ਪਰ ਅਸੀਂ ਆਪਣੇ ਸੁਪਨੇ 'ਚ ਕਦੇ ਨਹੀਂ ਮਰਦੇ, ਕਿਉਂਕਿ ਸਾਨੂੰ ਮੌਤ ਪਸੰਦ ਨਹੀਂ ਹੈ। ਤੋ ਇਸੇ ਤਰ੍ਹਾਂ ਫਿਲਮਾਂ ਦੇ ਵਿੱਚ ਜੇ ਹੀਰੋ ਹੀ ਮਰ ਗਿਆ ਤੇ ਫਿਲਮ ਕਿਵੇਂ ਹੈ? ਕਈ ਵਾਰ ਫਿਲਮ ਅੱਧੀ ਫਿਲਮ ਜਾਂ ਅੱਧੀ ਪਹਿਲਾਂ ਹੀ ਜਿਹੜਾ ਹੀਰੋ ਹੁੰਦਾ ਸੀ, ਮੇਨ ਐਕਟਰ, ਉਹ ਪਹਿਲਾਂ ਹੀ ਮਰ ਜਾਂਦਾ ਸੀ, ਫਿਰ ਇੰਟਰਸਟ ਖਤਮ ਹੋ ਗਿਆ। 2-4 ਮਿੰਟਾਂ ਬਾਅਦ ਉਹ ਪੁਨਰ ਜਨਮ ਲੈ ਕੇ ਆ ਜਾਂਦਾ ਸੀ, ਫਿਰ ਇੰਟਰਸਟ ਬਣ ਜਾਂਦਾ ਸੀ। ਤੋ ਉਹ ਫਿਲਮਾਂ ਦੇ, ਸੀਰੀਅਲ ਦੇ ਜੋ ਚਿੱਤਰ ਅਸੀਂ ਵੇਖੇ ਹੋਏ ਨੇ ਉਹ ਸਾਡੀ ਸੋਚ ਵਿੱਚ ਪੈਦਾ ਹੋਏ, ਤੇ ਉਹਨੂੰ ਫਿਰ ਅਸੀਂ ਇੱਕ ਸਵਾਲ ਦੇ ਵਿੱਚ ਰੱਖ ਲਿਆ, ਪੁਨਰ ਜਨਮ ਕੀ ਹੁੰਦਾ ਹੈ। ਅਸੀਂ ਸੋਚਣ ਲੱਗ ਪਏ ਖੋਰੇ ਕਿਤੇ ਸਾਡਾ ਵੀ ਪੁਨਰ ਜਨਮ ਹੋਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਗੁਰਬਾਣੀ ਦੀ। ਗੁਰਬਾਣੀ ਦੇ ਵਿੱਚ ਕੀ ਲਿਖਿਆ ਹੈ? ਪੁਨਰ ਜਨਮ ਹੈ ਜਾਂ ਨਹੀਂ ਹੈ? ਪੁਨਰ ਜਨਮ ਦੇ ਵਿਸ਼ੇ ਨੂੰ ਸਮਝਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਬਦ ਬੜਾ ਪ੍ਰਚਲਿਤ ਸ਼ਬਦ ਹੈ, ਆਮ ਕਰਕੇ ਰਾਗੀ ਸਿੰਘ ਸਾਹਿਬਾਨ ਅੰਤਿਮ ਅਰਦਾਸਾਂ ਦੇ ਉੱਤੇ ਪੜ੍ਹਦੇ ਨੇ, ਪਰ ਉਹਨਾਂ ਦੇ ਡੀਪਲੀ ਅਰਥ ਪੜ੍ਹਨੇ ਸਾਡੇ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਉਸ ਸ਼ਬਦ ਦੀ ਵਿਚਾਰ ਕਿਤੇ ਹੋਰ ਚੱਲ ਰਹੀ ਹੈ, ਅਸੀਂ ਕੁਝ ਹੋਰ ਸਮਝ ਰਹੇ ਹਾਂ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ 480 ਅੰਗ ਦੇ ਉੱਤੇ ਸੁਭਾਇਮਾਨ ਹੈ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਹੀ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਯਾਦ ਰੱਖੋ ਜੇ ਮਨੁੱਖ ਇਸ ਆਪਣੀ ਜ਼ਿੰਦਗੀ ਕਾਲ ਦੇ ਵਿੱਚ, ਇਸ ਆਪਣੇ ਲਾਈਫ ਦੇ ਪਾਰਟ ਦੇ ਵਿੱਚ ਕਈ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ, ਕਿਉਂਕਿ ਉਹਦੀਆਂ ਜ਼ਿੰਮੇਵਾਰੀਆਂ ਅਲੱਗ-ਅਲੱਗ ਹੁੰਦੀਆਂ ਜਾਂਦੀਆਂ ਨੇ। ਕਦੇ ਬਚਪਨ ਰੂਪ, ਕਦੇ ਜਵਾਨੀ, ਕਦੇ ਬਿਰਧ। ਇੱਕ ਬੱਚੀ, ਇੱਕ ਭੈਣ ਵਿਆਹੀ ਗਈ ਨੂੰਹ ਦੇ ਰੂਪ 'ਚ, ਦਰਾਣੀ ਦੇ ਰੂਪ 'ਚ, ਫਿਰ ਉਹੀ ਜਿਹੜੀ ਬੱਚੀ ਸੀ, ਭੈਣ ਸੀ, ਨੂੰਹ ਤੋਂ ਤਬਦੀਲ ਹੋ ਕੇ ਕਦੇ ਉਹ ਖੁਦ ਸੱਸ ਬਣ ਜਾਂਦੀ ਹੈ। ਤੋ ਲਾਈਫ ਚੇਂਜ ਹੁੰਦੀ ਰਹਿੰਦੀ ਹੈ। ਲਾਈਫ ਦੇ ਵਿੱਚ ਸਾਨੂੰ ਅਲੱਗ-ਅਲੱਗ ਕਰੈਕਟਰ ਇਸ ਦੁਨੀਆ ਦੀ ਸਟੇਜ ਦੇ ਵਿੱਚ ਕਰਤੇ ਨੇ, ਸਾਨੂੰ ਕਈ ਤਰ੍ਹਾਂ ਦੇ ਰੋਲ ਦੇ ਕੇ ਭੇਜਿਆ ਹੈ। ਅਸੀਂ ਹੀ ਬੱਚੇ ਦਾ ਰੋਲ ਅਦਾ ਕਰਨਾ ਹੈ, ਅਸੀਂ ਹੀ ਭਰਾ ਦਾ ਰੋਲ ਕਰਨਾ ਹੈ, ਅਸੀਂ ਕਦੇ ਬਜ਼ੁਰਗ ਹੋ ਕੇ ਬਾਪ ਦਾ ਰੋਲ ਕਰਨਾ ਹੈ, ਕਦੇ ਅਸੀਂ ਦੋਸਤ ਦਾ ਰੋਲ ਅਦਾ ਕਰਨਾ ਹੈ। ਕਿੰਨੇ ਹੀ ਕਰੈਕਟਰ ਅਸੀਂ ਇਸ ਦੁਨੀਆ ਦੀ ਸਟੇਜ 'ਤੇ ਨਿਭਾ ਰਹੇ ਹਾਂ। ਤੋ ਅਸੀਂ ਇਹ ਵੇਖਣਾ ਹੈ ਵੀ ਪਰ ਸਾਡਾ ਸੁਭਾਅ ਇੱਕ ਹੈ, ਨੇਚਰ ਦਾ ਇੱਕ ਜਨਮ ਹੈ। ਮਹਾਰਾਜ ਦੀ ਬਾਣੀ ਨੇ ਪੁਨਰ ਜਨਮ ਕਿਹਨੂੰ ਕਿਹਾ ਹੈ? ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਨੇ, ਗੁਰੂ ਨਾਨਕ ਜੀ ਦੇ ਗਿਆਨ ਨੇ ਬੜੇ ਪੁਨਰ ਜਨਮ ਕੀਤੇ। ਬਾਣੀ ਕਹਿੰਦੀ ਹੈ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਕਿੰਨੇ ਹੀ ਮਨੁੱਖਾਂ ਤੋਂ ਦੇਵਤੇ ਬਣ ਗਏ, ਪੁਨਰ ਜਨਮ ਹੀ ਤੇ ਸੀ। ਪੁਨਰ ਜਨਮ ਦਾ ਅਰਥ ਹੈ ਇੱਕ ਚੜ੍ਹਾਈ ਕਰ ਗਿਆ, ਡੈਥ ਹੋ ਗਈ ਤੇ ਦੂਜਾ ਜਨਮ ਹੋ ਗਿਆ। ਕਿੰਨੀ ਹੀ ਲਾਈਫ ਇਹੋ ਜਿਹੀਆਂ ਨੇ ਜਿਹੜੇ ਪਹਿਲਾਂ ਬੁਰੇ ਰਾਹ 'ਤੇ ਜਾ ਰਹੇ ਸਨ, ਗੁਰੂ ਦੇ ਗਿਆਨ ਨੇ ਉਹਨਾਂ ਬੁਰੇ ਰਾਹਾਂ 'ਤੇ ਜਾਣ ਵਾਲੇ ਲੋਕਾਂ ਨੂੰ ਮਾਰ ਦਿੱਤਾ
ਇੱਕ ਨਵਾਂ ਰਾਹ ਦਿੱਤਾ, ਨਵੀਂ ਜ਼ਿੰਦਗੀ ਦੇ ਦਿੱਤੀ। ਕਿੰਨੇ ਹੀ ਲੋਕ ਨੇ ਜਿਹੜੇ ਆਪਣੇ ਪਿਛੋਕੜ ਨੂੰ ਡਿਲੀਟ ਕਰ ਦਿੰਦੇ ਹਨ ਕਿ ਮੈਂ ਪਿਛੋਕੜ ਦੀਆਂ ਮੁਸ਼ਕਲਾਂ, ਪਿਛੋਕੜ ਦੇ ਹਾਦਸਿਆਂ ਦੇ ਵਿੱਚ ਕਿਉਂ ਜ਼ਿੰਦਗੀ ਜੀਵਾਂ, ਕਿਉਂ ਜ਼ਿੰਦਗੀ ਬਰਬਾਦ ਕਰਾਂ, ਕਿਉਂ ਨਾ ਮੈਂ ਇੱਕ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਾਂ, ਨਵੇਂ ਖਿਆਲਾਂ ਦੇ ਨਾਲ, ਨਵੇਂ ਉਤਸ਼ਾਹ ਦੇ ਨਾਲ, ਨਵੇਂ ਚਾਅ ਦੇ ਨਾਲ। ਇਹ ਹੁੰਦਾ ਹੈ ਪੁਨਰ ਜਨਮ। ਦੈਂਤ ਤੋਂ ਰਾਖਸ਼ ਬਣਨਾ, ਨਸ਼ੇੜੀ ਤੋਂ ਅੰਮ੍ਰਿਤਧਾਰੀ ਬਣਨਾ, ਚੋਰ ਤੋਂ ਪਰਉਪਕਾਰੀ ਬਣਨਾ, ਇਹਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਪੁਨਰ ਜਨਮ। ਇੱਕ ਸ਼ਬਦ ਆਪਾਂ ਬਾਣੀ 'ਚ ਪੜ੍ਹਦੇ ਹਾਂ, ਕਹਾਂ ਗਏ ਬਾਬਾ ਬੋਲਤੇ ਥੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ ਹੈ 480। ਉੱਥੇ ਇਹ ਸ਼ਬਦ ਆਉਂਦਾ ਹੈ, ਕਹਾਂ ਗਏ ਬਾਬਾ ਬੋਲਤੇ ਥੇ। ਕਈ ਰਾਗੀ ਸਿੰਘਾਂ ਵੱਲੋਂ ਇਹ ਸ਼ਬਦ ਪੜ੍ਹਿਆ ਗਿਆ। ਜ਼ਿਆਦਾਤਰ ਉਦੋਂ ਪੜ੍ਹਿਆ ਗਿਆ ਜਦੋਂ ਸੰਤ ਸਿੰਘ ਮਸਕੀਨ ਜੀ ਚੜ੍ਹਾਈ ਕਰ ਗਏ, ਅਤੇ ਕਈ ਵਾਰ ਹੁਣ ਵੀ ਵਧੇਰੇ ਅੰਤਿਮ ਅਰਦਾਸਾਂ ਦੇ ਵਿੱਚ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਹੈ। ਰਾਗੀ ਸਿੰਘ ਆਮ ਸ਼ਬਦ ਪੜ੍ਹਦੇ ਨੇ ਵੀ ਕਹਾਂ ਗਏ ਬਾਬਾ ਬੋਲਤੇ ਥੇ, ਦੇਹੀ ਕੇ ਸੰਗ ਰਹਤੇ, ਸੁਰਤ ਮਾਹੀ ਜੋ ਕਰਤੇ, ਸੁਰਤ ਮਾਹੀ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਤੋ ਇਹ ਫੀਲ ਕੀਤਾ ਗਿਆ, ਫੀਲ ਦਵਾਇਆ ਗਿਆ, ਜਾਂ ਅਸੀਂ ਆਪਣੇ ਅਰਥ ਬਣਾ ਲਏ ਵੀ ਜੋ ਬਾਬਾ ਜੀ ਬਜ਼ੁਰਗ ਸਨ ਉਹ ਹੁਣ ਫੋਟੋ ਸਾਹਮਣੇ ਲੱਗੀ ਹੈ, ਉਹ ਕਿੱਥੇ ਚੱਲ ਗਏ ਨੇ ਚੜ੍ਹਾਈ ਕਰਕੇ। ਨਹੀਂ, ਉਹਦੇ ਅਰਥ ਤੁਸੀਂ ਖੁਦ ਪੜ੍ਹਿਓ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਪੜ੍ਹ ਲਓ, ਹੋਰ ਵਿਦਵਾਨਾਂ ਦੇ ਅਰਥ ਪੜ੍ਹ ਲਓ। ਉਹ ਗੱਲ ਪੁਨਰ ਜਨਮ ਦੀ ਹੀ ਚੱਲ ਰਹੀ ਹੈ ਕਿ ਪਹਿਲਾਂ ਵਾਲੇ ਜਿਹੜੇ ਮਾਇਆ ਦੇ ਸੋਚ ਵਾਲੇ ਖਿਆਲ ਸਨ, ਮੇਰੇ ਥੋਟਸ ਸਨ, ਉਹ ਕਿੱਥੇ ਚੱਲ ਗਏ ਹਨ, ਕਿਉਂਕਿ ਹੁਣ ਮੈਨੂੰ ਪੁਨਰ ਜਨਮ ਮਿਲ ਗਿਆ। ਹੁਣ ਮੈਂ ਗੁਰੂ ਦੇ ਘਰ ਵਿੱਚ ਜਨਮ ਲੈ ਲਿਆ ਹੈ। ਕਹਾਂ ਗਏ ਬਾਬਾ ਬੋਲਤੇ ਥੇ, ਜਿਹੜੇ ਵਿੱਚ ਮੇਰੇ ਅੰਦਰ ਮਾਇਆ ਦੇ ਅਹੰਕਾਰ ਦੇ ਬੋਲ ਬਾਲੇ ਬੋਲਦੇ ਸਨ ਪਹਿਲਾਂ, ਉਹ ਖਿਆਲ ਕਿੱਥੇ ਚੱਲ ਗਏ ਹਨ। ਗੁਰੂ ਨੇ ਉਹ ਖਿਆਲ ਖਤਮ ਕਰ ਦਿੱਤੇ ਹਨ। ਕਹਾਂ ਗਏ ਬਾਬਾ ਬੋਲਤੇ ਥੇ, ਦੇਹੀ ਕੇ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਪਹਿਲਾਂ ਜਿਹੜੇ ਮਾਇਆ ਦੇ ਬੋਲ ਬਾਲੇ ਮੈਨੂੰ ਨਚਾਉਂਦੇ ਸਨ, ਮਾਇਆ ਦੇ ਬੋਲ ਬਾਲੇ ਮੈਨੂੰ ਆਪਣੇ ਅਧੀਨ ਲੈ ਕੇ ਜਾਂਦੇ ਸਨ, ਗੁਰੂ ਦੀ ਕਿਰਪਾ ਨੇ, ਗੁਰੂ ਦੇ ਗਿਆਨ ਨੇ ਉਹ ਵਾਲੇ ਖਿਆਲ, ਉਹ ਵਾਲੇ ਥੋਟਸ ਡੈਡ ਕਰ ਦਿੱਤੇ ਹਨ, ਮਾਰ ਦਿੱਤੇ ਹਨ। ਹੁਣ ਮੈਂ ਨਵੀਂ ਸੋਚ ਪੈਦਾ ਕਰ ਲਈ ਹੈ। ਇਹਨੂੰ ਬਾਣੀ ਦੇ ਵਿੱਚ ਕਿਹਾ ਗਿਆ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੇ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਮਹਾਰਾਜ ਕਹਿੰਦੇ, ਓਏ ਜੋ ਬੀਚ ਹਮ ਤੁਮ ਕਛ ਹੋਤੇ। ਜਿਹੜੀ ਪਹਿਲਾਂ ਮੇਰੇ ਵਿੱਚ ਮੇਰ ਤੇਰ ਦਾ ਝਗੜਾ ਸੀ, ਪਹਿਲਾਂ ਮੈਨੂੰ ਹੁੰਦਾ ਸੀ ਤੇਰੀ ਚੀਜ਼ ਮੇਰੀ ਹੋ ਜਾਏ, ਉਹਦੀ ਚੀਜ਼ ਮੈਂ ਆਪਣੀ ਬਣਾ ਲਿਆ। ਜਿੱਥੇ ਵੀ ਜਾਣਾ ਮੈਂ ਮੇਰਾ, ਮੈਂ ਮੇਰਾ, ਮੇਰ ਤੇਰ ਸੀ ਨਾ। ਜਦੋਂ ਪਤਾ ਆਇਆ, ਪਤਾ ਲੱਗਾ, ਮਹਾਰਾਜ ਨੇ ਗਿਆਨ ਦਿੱਤਾ ਕਿ ਅਹੰਕਾਰ ਤਿਆਗ ਦੇ, ਸੁਖੀ ਬਸੇ ਮਸਕੀਨੀਆਂ। ਇਸ ਪੰਕਤੀ ਦੇ ਗਿਆਨ ਨੇ ਮੇਰਾ ਪੁਨਰ ਜਨਮ ਕਰ ਦਿੱਤਾ ਕਿ ਜਿਹੜਾ ਨਿਮਾਣਾ ਬਣ ਕੇ ਰਹਿੰਦਾ ਨਾ, ਉਹ ਸੁਖੀ ਰਹਿੰਦਾ ਹੈ। ਹੁਣ ਮੇਰ ਤੇਰ ਖਤਮ ਹੋ ਗਈ, ਹੁਣ ਤੂੰ ਕਰਤਾ ਤੂੰ ਹੁਆ। ਮਹਾਰਾਜ ਕਹਿੰਦੇ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। ਉਹ ਗੱਲਾਂ ਖਤਮ ਹੋ ਗਈਆਂ ਜੋ ਪਹਿਲਾਂ ਝਗੜੇ ਸੀ ਨਾ ਜੀ। ਜਿਵੇਂ ਬੱਚੇ ਸੀ ਨਾ, ਬੱਚੇ ਉਹ ਪਹਿਲਾਂ ਕਿੰਨੇ ਇੱਕ ਦੂਜੇ ਦੇ ਮੁੱਕੀ ਮਾਰ ਦੇਣੀ, ਇੱਕ ਦੂਜੇ ਦੇ ਥੱਪੜ ਮਾਰ ਦੇਣਾ, ਝਗੜਾ ਪਾ ਲੈਣਾ, ਲੜ ਪੈਣਾ। ਉਹ ਥੋੜ੍ਹੇ ਜਿਹੇ ਵੱਡੇ ਹੋ ਗਏ ਬੱਚੇ। ਟੀਚਰ ਮਿਲਿਆ ਕਿਤੇ ਬਾਜ਼ਾਰ 'ਚ, ਉਹਨਾਂ ਬੱਚੇ ਨੂੰ ਕਹਿੰਦੇ, ਤੁਸੀਂ ਹੁਣ ਦੋਵੇਂ ਜਣੇ ਇਕੱਠੇ ਫਿਰ ਰਹੇ ਹੋ, ਲੜਦੇ ਨਹੀਂ ਹੁਣ? ਕਹਿੰਦੇ ਜੀ ਅਸੀਂ ਤੇ ਉਦੋਂ ਲੜਦੇ ਸੀ, ਉਦੋਂ ਨਿਆਣੇ ਹੁੰਦੇ ਸੀ। ਹੁਣ ਹੁਣ ਅਸੀਂ ਸਿਆਣੇ ਹੋ ਗਏ, ਹੁਣ ਅਸੀਂ ਪੱਕੇ ਮਿੱਤਰ ਹਾਂ, ਅਸੀਂ ਪੱਕੇ ਦੋਸਤ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਨਿਆਣੀ ਜਨਮ ਵਿੱਚ ਜੀ ਰਹੇ ਹਾਂ, ਸਾਡੇ ਝਗੜੇ ਹਨ, ਸਾਡੀ ਲੜਾਈਆਂ ਹਨ, ਸਾਡੇ ਕਲੇਸ਼ ਹਨ। ਪਰ ਜਦੋਂ ਅਸੀਂ ਅਕਲ ਕਰਕੇ ਸਿਆਣੇ ਹੋ ਗਏ, ਫਿਰ ਨਹੀਂ ਲੜਾਈ ਜੀ। ਉਹ ਤਾਂ ਅਸੀਂ ਨਿਆਣੇ ਹੁੰਦੇ ਸਾਂ। ਨਿਆਣੇ ਤੋਂ ਸਿਆਣੇ ਹੋਣਾ ਸੋਚ ਕਰਕੇ, ਇਹਨੂੰ ਪੁਨਰ ਜਨਮ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ। ਇੱਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਕਬੀਰ ਸਾਹਿਬ ਜੀ ਦਾ 483 ਅੰਗ ਦੇ ਉੱਤੇ। ਇਸ ਸ਼ਬਦ ਨੂੰ ਬੜੇ ਧਿਆਨ ਨਾਲ ਆਪ ਜੀ ਸੁਣਿਓ, ਸ਼ਬਦ ਨੂੰ ਖੁਦ ਪੜ੍ਹਿਓ ਵੀ, ਅਤੇ ਸ਼ਬਦ ਦੇ ਮੀਨਿੰਗ ਵੀ ਤੁਸੀਂ ਬੜੇ ਧਿਆਨ ਨਾਲ ਦੇਖਿਓ। ਸ਼ਬਦ ਦਾ ਉੱਪਰਲਾ ਪਾਰਟ ਅਸੀਂ ਕੀ ਸਮਝਾਂਗੇ, ਪਰ ਜਦੋਂ ਡੀਪਲੀ ਜਾਵਾਂਗੇ ਉਹ ਗੱਲ ਕੁਝ ਹੋਰ ਹੋਏਗੀ। ਉਹ ਸ਼ਬਦ ਹੈ ਜੀ, ਪਹਿਲੀ, ਕਰੂਪ, ਕੁਜਾਤ, ਕੁਲੱਖਣੀ, ਸਹੁਰੇ, ਪਈਏ, ਬੁਰੀ, ਅਬ ਕੀ ਸਰੂਪ, ਸੁਜਾਨ, ਸੁਲੱਖਣੀ, ਸਹਿਜੇ ਉਦਰ ਧਰੀ। ਕਬੀਰ ਸਾਹਿਬ ਜੀ ਕਹਿੰਦੇ, ਭਲੀ ਸਰੀ ਮੁਈ ਮੇਰੀ ਪਹਿਲੀ ਬਰੀ। ਹੁਣ ਇਹਦੇ ਆਮ ਅਰਥ ਅਸੀਂ ਸੋਚਾਂਗੇ ਜਾਂ ਕੋਈ ਪੜ੍ਹੇਗਾ ਜਾਂ ਅੰਦਾਜ਼ਾ। ਕਬੀਰ ਸਾਹਿਬ ਜੀ ਕਹਿ ਰਹੇ ਨੇ ਵੀ ਜਿਹੜੀ ਮੇਰੀ ਪਹਿਲੀ ਪਤਨੀ ਸੀ ਨਾ, ਭਲੀ ਸਰੀ, ਬੜਾ ਚੰਗਾ ਹੋਇਆ, ਮੁਈ, ਉਹ ਮਰ ਗਈ। ਮੇਰੀ ਪਹਿਲੀ ਬਰੀ, ਕਬੀਰ ਸਾਹਿਬ ਜੀ ਕਹਿ ਰਹੇ ਨੇ
ਵੀ ਬੜਾ ਚੰਗਾ ਹੋਇਆ ਮੇਰੀ ਪਹਿਲੀ ਪਤਨੀ ਮਰ ਗਈ, ਚੜ੍ਹਾਈ ਕਰ ਗਈ। ਜੁਗ ਜੁਗ ਜੀਵੋ ਅਬ ਕੀ ਤਰੀ, ਕਹਿੰਦੀ ਜਿਹੜੀ ਹੁਣ ਦੂਜੀ ਵਿਆਹ ਕੇ ਲੈ ਕੇ ਆਇਆ ਨਾ ਮੈਂ, ਕਹਿੰਦੇ ਜੁਗ ਜੁਗ ਜੀਵੇ। ਹੁਣ ਅਸੀਂ ਸੋਚਾਂਗੇ ਸ਼ਬਦਾਂ ਦੇ ਅਰਥ ਵੀ ਕਬੀਰ ਸਾਹਿਬ ਜੀ ਨੇ ਖੌਰੇ ਕਿਤੇ 2 ਵਿਆਹ ਕੀਤੇ ਹੋਏ ਸਨ। ਪਹਿਲੀ ਪਤਨੀ ਉਹਨਾਂ ਦੀ ਚੜ੍ਹਾਈ ਕਰ ਗਈ ਤੇ ਦੂਜੀ ਪਤਨੀ ਉਹਨਾਂ ਦੀ ਜਿਹੜੀ ਉਹ ਘਰ ਦੇ ਵਿੱਚ ਆਈ ਹੈ। ਕਬੀਰ ਸਾਹਿਬ ਜੀ ਦੀ ਇੱਕੋ ਹੀ ਪਤਨੀ ਸੀ। ਹੁਣ ਉਹ ਕਬੀਰ ਸਾਹਿਬ ਆਪਣੀ ਵਾਈਫ ਦੀ ਗੱਲ ਨਹੀਂ ਕਰ ਰਹੇ, ਕਬੀਰ ਸਾਹਿਬ ਆਪਣੀ ਬਿਰਤੀ ਦੀ ਗੱਲ ਕਰ ਰਹੇ ਨੇ, ਜਿੱਥੇ ਪੁਨਰ ਜਨਮ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਜਿਹੜੀ ਮੇਰੀ ਪਹਿਲੇ ਵਾਲੀ ਮੱਤ ਸੀ ਨਾ, ਪਹਿਲੇ ਵਾਲੀ ਸੋਚ ਸੀ, ਉਹ ਬੜੀ ਭੈੜੀ ਸੀ, ਉਹ ਬੜੀ ਬੇਢੰਗੀ ਸੀ, ਉਹ ਭੈੜੇ ਲੱਛਣਾਂ ਵਾਲੀ ਸੀ ਸੋਚ। ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸਹੁਰੇ ਪੀਏ ਬੁਰੀ, ਉਹ ਹਰ ਸਮੇਂ ਬੁਰੀ ਹੀ ਬਣੀ ਰਹਿੰਦੀ ਸੀ। ਪਹਿਲਾ ਜੀਵਨ ਕੁਝ ਹੋਰ ਸੀ, ਪਹਿਲੇ ਸੋਚ ਥੋਟ ਵਿਚਾਰ ਕੁਝ ਹੋਰ ਸਨ। ਕਹਿੰਦੇ ਅਬ ਕੀ ਸਰੂਪ, ਪਰ ਜਦੋਂ ਹੁਣ ਮੈਂ ਗੁਰੂ ਗਿਆਨ ਨਾਲ ਜੁੜ ਕੇ ਜੀਵਨ ਨੂੰ ਸੁਧਾਰਿਆ, ਕਬੀਰ ਸਾਹਿਬ ਕਹਿੰਦੇ ਮੇਰੀ ਮੱਤ ਚੇਂਜ ਹੋ ਗਈ, ਮੇਰੇ ਥੋਟਸ ਬਦਲ ਗਏ, ਮੇਰਾ ਲਾਈਫ ਆਫ ਸਟਾਈਲ ਚੇਂਜ ਹੋ ਗਿਆ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਕਹਿੰਦੇ ਹੁਣ ਵਾਲੀ ਸੋਚ ਬੜੀ ਸਿਆਣੀ ਹੈ, ਬੜੀ ਸ਼ੁਭ ਲੱਖਣਾਂ ਵਾਲੀ ਹੈ, ਸਹਿਜੇ ਉਦਰ ਤਰੀ। ਤੋ ਇਹਦਾ ਅਰਥ ਇਹ ਹੋਇਆ, ਇਹ ਕਬੀਰ ਸਾਹਿਬ ਜੀ ਦੀ ਪਤਨੀ ਦੀ ਗੱਲ ਨਹੀਂ ਚੱਲ ਰਹੀ ਕਿ ਪਹਿਲੀ ਵਾਲੀ ਮਰ ਗਈ ਤੇ ਚੰਗਾ ਹੋਇਆ ਹੁਣ ਦੂਜੀ ਆ ਗਈ। ਇਹ ਮਾਈਂਡ ਦੀ ਗੱਲ ਚੱਲ ਰਹੀ ਆ, ਜਿਹੜੀ ਪਹਿਲਾਂ ਸੋਚ ਬੁਰੀ ਸੀ ਉਹ ਮਰ ਗਈ, ਚੰਗਾ ਹੋ ਗਿਆ, ਕਿਉਂਕਿ ਗੁਰੂ ਨੇ ਦੂਜੀ ਸੋਚ ਨੂੰ ਜਨਮ ਦੇ ਦਿੱਤਾ। ਗੁਰੂ ਨੇ ਇਸ ਸੋਚ ਦਾ ਪੁਨਰ ਜਨਮ ਕਰ ਦਿੱਤਾ। ਇਹ ਵਾਲਾ ਪੁਨਰ ਜਨਮ ਅਸੀਂ ਕਰਾਉਣਾ ਹੈ, ਜਿਹਨੂੰ ਬਾਣੀ 'ਚ ਕਿਹਾ ਗਿਆ ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਗੁਰੂ ਦੇ ਘਰ ਦੇ ਵਿੱਚ ਜਨਮ ਲੈਣਾ, ਗੁਰੂ ਦੀ ਸੋਚ ਅਨੁਸਾਰ ਜੀਵਨ ਲੈਣਾ, ਇਹ ਜੀਵਨ ਅਸੀਂ ਕਦੋਂ ਲਵਾਂਗੇ? ਅਸੀਂ ਆਪਣਾ ਨਸ਼ੇੜੀ ਵਾਲਾ, ਨਸ਼ਿਆਂ ਵਾਲਾ, ਚੋਰੀਆਂ ਵਾਲਾ, ਅਹੰਕਾਰ ਵਾਲਾ, ਕ੍ਰੋਧ ਵਾਲਾ, ਵਿਸ਼ੇ ਵਿਕਾਰ ਵਾਲਾ ਜੀਵਨ ਕਿਉਂ ਨਹੀਂ ਮਾਰ ਦਿੰਦੇ? ਆਪਣੇ ਅੰਦਰ ਦੀ ਬੁਰਾਈ ਨੂੰ ਅਸੀਂ ਕਿਉਂ ਆਪਣੇ ਹੱਥੀਂ ਕਿਉਂ ਨਹੀਂ ਆਪਾਂ ਕਤਲ ਕਰਦੇ? ਅੱਜ ਸਾਡੇ ਸਾਹਮਣੇ ਸੁਸਾਈਡ ਕੇਸ ਕਿੰਨੇ ਆ ਰਹੇ ਨੇ, ਕਿੰਨੇ ਨੌਜਵਾਨ ਸੁਸਾਈਡ ਕਰ ਰਹੇ ਹਨ, ਕਿੰਨੇ ਸੁਸਾਈਡ ਕੇਸ ਨੇ। ਉਹ ਆਪਣੇ ਅੰਦਰ ਦੀ ਬੁਰਾਈ ਨੂੰ, ਆਪਣੇ ਅੰਦਰ ਦੀ ਢਹਿੰਦੀ ਕਲਾ ਨੂੰ, ਆਪਣੇ ਅੰਦਰ ਦੇ ਬੁਰੇ ਮਨ ਦੇ ਵਿਚਾਰ, ਕਮਜ਼ੋਰ ਵਿਚਾਰਾਂ ਨੂੰ ਕਿਉਂ ਨਹੀਂ ਮਾਰਦੇ? ਹੋ ਸਰੀਰ ਨੂੰ ਮਾਰਿਆ ਕੋਈ ਹੱਲ ਥੋੜ੍ਹਾ ਹੈ, ਸਗੋਂ ਉਹ ਆਪਣੇ ਮਾਂ-ਬਾਪ ਦੇ ਲਈ ਪੂਰੀ ਜ਼ਿੰਦਗੀ ਦਾ ਦੁੱਖ ਦਾ ਬੀਜ ਬੋ ਕੇ ਚੱਲ ਗਏ। ਜਿਹੜੇ ਮਾਂ-ਬਾਪ ਨੇ ਬੱਚਿਆਂ ਦੇ ਕੰਧੇ ਦਾ ਸਹਾਰਾ ਬਣਨਾ ਸੀ, ਉਹ ਮਾਂ-ਬਾਪ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਸਵਾਰ ਕਰ ਰਹੇ ਨੇ। ਕਿੱਡਾ ਵੱਡਾ ਦੁੱਖ ਹੈ ਉਹਨਾਂ ਦਾ ਕਿ ਅਸੀਂ ਬਚਪਨ ਵਿੱਚ ਵੀ ਗੋਦ 'ਚ ਚੁੱਕਿਆ ਤੇ ਹੁਣ ਵੀ ਸਾਨੂੰ ਆਪਣੇ ਬੱਚਿਆਂ ਦੇ ਕੰਧਿਆਂ ਨੂੰ, ਆਪਣੇ ਕੰਧਿਆਂ 'ਤੇ ਬੱਚੇ ਨੂੰ ਸਵਾਰ ਕਰਕੇ ਲੈ ਜਾਣਾ, ਕਿੱਥੇ ਅਸੀਂ ਉਹਨਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਚੱਲਣਾ ਸੀ। ਤਾਂ ਇਹ ਕਿੱਡਾ ਵੱਡਾ ਦੁੱਖ ਹੈ। ਕਿਉਂ? ਕਿਉਂਕਿ ਸਾਨੂੰ ਪੁਨਰ ਜਨਮ ਦੀ ਲੋੜ ਹੈ। ਜੋ ਨਸ਼ੇ ਹਨ ਉਹ ਖਤਮ ਕਰਨੇ ਹਨ। ਅਸੀਂ ਆਪਣੀ ਬੁਰੀਆਂ ਆਦਤਾਂ ਦਾ ਅੰਦਰੋਂ ਕਤਲ ਕਰਕੇ ਆਪਣੇ ਵਿੱਚੋਂ ਗੁਰਮੁਖਤਾਈ ਦਾ, ਚੰਗਿਆਈ ਦਾ ਜਨਮ ਲੈਣਾ ਹੈ। ਇਸ ਪੁਨਰ ਜਨਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮੰਨਿਆ ਹੈ। ਕਬੀਰ ਸਾਹਿਬ ਕਹਿੰਦੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਚੰਗਾ ਹੋਇਆ ਮੇਰੀ ਪਹਿਲੀ ਮੱਤ, ਪਹਿਲੀ ਸੋਚ, ਪਹਿਲੇ ਥੋਟਸ, ਪਹਿਲੇ ਵਿਚਾਰ ਖਤਮ ਹੋ ਗਏ। ਕਹਿੰਦੇ ਹੁਣ ਮੈਂ ਉੱਥੇ ਟਾਈਮ ਵੇਸਟ ਨਹੀਂ ਕਰਦਾ, ਐਵੇਂ ਚਿੰਤਾ ਵਿੱਚ ਬੈਠੇ ਰਹੋ, ਐਵੇਂ ਸੋਚੀ ਜਾਓ। ਕਹਿੰਦੇ ਹੁਣ ਮੈਂ ਥੋਟਸ ਬਦਲ ਲਏ ਹਨ, ਹੁਣ ਮੈਂ ਜ਼ਿੰਦਗੀ ਦਾ ਆਨੰਦ ਲੈਣਾ, ਹੁਣ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ, ਉਹ ਕੀ ਸੋਚੇਗਾ, ਇਹ ਕੀ ਸੋਚੇਗਾ। ਹੁਣ ਮੈਨੂੰ ਸਿਰਫ ਇਹ ਹੈ ਵੀ ਗੁਰੂ ਨੇ ਕੀ ਕਿਹਾ ਹੈ, ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਤੋ ਇਹ ਵਿਸ਼ਾ ਬੜਾ ਅੱਜ ਦੇ ਹਾਲਾਤਾਂ ਦੇ ਮੁਤਾਬਕ ਬੜਾ ਜ਼ਰੂਰੀ ਵਿਸ਼ਾ ਹੈ। ਪੁਨਰ ਜਨਮ, ਮਰਨ ਤੋਂ ਬਾਅਦ ਵਿੱਚ ਕੋਈ ਮਨੁੱਖ ਆ ਗਿਆ, ਕਿਸੇ ਦਾ ਜਨਮ ਦੁਬਾਰਾ ਹੋ ਗਿਆ, ਗੱਲ ਉਹ ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਤੇ ਹਰ ਇੱਕ ਲਾਈਫ ਨਾਲ ਜੁੜੀ ਹੋਈ ਜਿਹੜੀ ਮੁਸੀਬਤ, ਮੁਸ਼ਕਲ ਦਾ ਹੱਲ ਕਰ ਦਿੱਤਾ ਕਿ ਭਾਈ ਤੈਨੂੰ ਹੀ ਲੋੜ ਹੈ ਪੁਨਰ ਜਨਮ ਲੈਣ ਦੀ। ਤੇਰੇ ਵਿੱਚ ਜੋ ਸ਼ੈਤਾਨ ਬੈਠਾ ਹੈ ਉਸ ਸ਼ੈਤਾਨ ਨੂੰ ਮਾਰ ਦੇ, ਆਪਣੀ 'ਚੋਂ ਭਗਵਾਨ ਪੈਦਾ ਕਰ ਲੈ। ਤੂੰ ਕਿਉਂ ਨਹੀਂ ਪੁਨਰ ਜਨਮ ਲੈ ਰਿਹਾ? ਜਦੋਂ ਪੁਨਰ ਜਨਮ ਅਸੀਂ ਲਵਾਂਗੇ ਤੇ ਸਾਡਾ ਇਹ ਜੀਵਨ ਫਿਰ ਸਵਰਗ ਬਣ ਜਾਏਗਾ, ਇਹ ਸਾਡਾ ਜੀਵਨ ਸਫਲ ਹੋ ਜਾਏਗਾ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ। ਗੁਰੂ ਮਹਾਰਾਜ ਦੇ ਜੋ ਬਚਨ ਹਨ ਆਪਾਂ ਸਭਨਾਂ ਨੇ ਪੜ੍ਹਨੇ ਹਨ, ਵਿਚਾਰਨੇ ਹਨ ਜੀ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।